ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਖੀ ਸ਼੍ਰੀ ਧਰੂਵ ਭਗਤ ਜੀ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ, ਬਾਹੋਂ ਪਕੜ ਉਠਾਇਆ, ਮਨ ਵਿੱਚ ਰੋਸ ਮਤਰੇਈ ਕੀਤਾ। ਡੱਢੋਂ ਲਿਕਾ ਮਾਂ ਪੁੱਛੇ, ਤੂੰ ਸਵਾਣੀ ਹੈ ਕਿ ਸਰਿਤਾ? ਸਵਾਣੀ ਹਾਂ ਜਨਮ ਦੀ, ਨਾਮ ਨਾ ਭਗਤ ਕਰਤ ਦ੍ਰਿੜੀਤਾ। ਕਿਸ ਉਦਮ ਤੇ ਰਾਜ ਮਿਲੇ, ਸਤਿ ਤੇ ਸਭ ਹੋਵਨ ਮੀਤਾ। ਪਰਮੇਸ਼ਰ ਆਰਾਧੀਏ, ਜਿੰਦੂ ਹੋਈਏ ਪਤਿਤ ਪੁਨੀਤਾ। ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਨਾਰਦ ਮੂਨ ਉਪਦੇਸਿਆ, ਅਬ ਚਲ ਰਾਜ ਕਰੋ ਨਿਤ ਨੀਤਾ। ਹਾਰ ਚਲੋ ਗੁਰਮੁਖ ਜਗਜੀਤਾ। ਭਾਈ ਗੁਰਦਾਸ ਜੀ। ਧਰੂ ਸਤਜੁਗ ਦੇ ਭਗਤਾਂ ਦੇ ਵਿੱਚੋਂ ਇੱਕ ਬੜਾ ਭਗਤ ਹੈ ਤੇ ਭਾਰਤ ਦੀਆਂ ਅਨਪੜ੍ਹ ਮਾਵਾਂ ਦੀਆਂ ਤ੍ਰਿਕਾਲਾਂ ਨੂੰ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਆਖਦੀਆਂ ਨੇ, ਪੁੱਤ ਉਹ ਵੇਖ ਧਰੂ ਤਾਰਾ, ਇਹ ਇੱਕ ਥਾਂ ਤੇ ਖਲੋਤਾ ਰਹਿੰਦਾ ਤੇ ਬਾਕੀ ਸਾਰੇ ਤਾਰੇ ਇਹਦੀ ਪਰਿਕਰਮਾ ਕਰਦੇ ਨੇ। ਇਹ ਵੱਡਾ ਤਾਰਾ ਹੈ। ਪਰ ਜਦੋਂ ਸਿਆਣਾ ਬੱਚਾ ਮੋੜ ਕੇ ਸਵਾਲ ਕਰਦਾ ਹੈ, ਮਾਂ ਇਹ ਧਰੂ ਕੌਣ ਹੈ, ਤਾਂ ਮਾਂ ਬੜੇ ਉਤਸ਼ਾਹ ਦੇ ਨਾਲ ਧਰੂ ਦੀ ਸਾਖੀ ਆਪਣੇ ਲਾਲ ਨੂੰ ਸੁਣਾਉਂਦੀ। ਭਗਤੀ ਮਾਰਗ ਦੇ ਵਿੱਚ ਤੁਰਨ ਵਾਲੇ ਜਗਿਆਸੂ ਵੀ ਪਹਿਲਾਂ ਧਰੂ ਦੀ ਜੀਵਨ ਸਾਖੀ ਸੁਣਦੇ, ਕਿਉਂਕਿ ਧਰੂ ਦੀ ਜੀਵਨ ਕਥਾ ਡੋਲ ਦੇ ਮਨ ਵਾਸਤੇ ਚਾਨਣ ਮੁਨਾਰੇ ਦਾ ਕੰਮ ਕਰਦੀ ਹੈ, ਭਵ ਸਾਗਰ ਨੂੰ ਪਾਰ ਕਰਨ ਵਾਸਤੇ ਹੌਸਲਾ ਬਖਸ਼ਦੀ ਹੈ। ਭਾਈ ਗੁਰਦਾਸ ਜੀ ਨੇ ਧਰੂ ਦੀ ਉੱਚ ਭਗਤੀ ਦਾ ਖਿਆਲ ਕਰਕੇ ਹੀ ਉਹਨਾਂ ਦੀ ਕਥਾ ਦੱਸਣ ਦਾ ਯਤਨ ਕੀਤਾ। ਭਾਈ ਸਾਹਿਬ ਆਖਦੇ ਨੇ ਕਿ ਧਰੂ ਹੱਸਦਾ ਘਰ ਆਇਆ। ਅੱਗੇ ਉਹ ਬਾਪ ਬੈਠਾ ਸੀ, ਉਸਨੇ ਪਿਆਰ ਕਰਨ ਖਾਤਰ ਫੜ ਕੇ ਗੋਦ 'ਚ ਬਿਠਾ ਲਿਆ ਤੇ ਧਰੂ ਦੀ ਮਤਰੇਈ ਮਾਂ ਨੇ ਗੁੱਸਾ ਕੀਤਾ ਕਿ ਮੇਰੀ ਸੌਂਕਣ ਦੇ ਪੁੱਤਰ ਦੇ ਨਾਲ ਰਾਜਾ ਪਿਆਰ ਕਿਉਂ ਕਰਦਾ ਹੈ। ਕ੍ਰੋਧ ਦੇ ਨਾਲ ਲਾਲ ਪੀਲੀ ਹੋ ਕੇ ਉਸਨੇ ਧਰੂ ਨੂੰ ਬਾਹੋਂ ਫੜਿਆ ਤੇ ਰਾਜੇ ਦੀ ਗੋਦ 'ਚੋਂ ਉਠਾਤਾ। ਧਰੂ ਰੋਂਦਾ ਹੋਇਆ ਆਪਣੀ ਮਾਂ ਦੇ ਕੋਲੇ ਆਇਆ ਤੇ ਉਹਨੇ ਮਾਂ ਨੂੰ ਪੁੱਛਿਆ, ਮਾਂ ਤੂੰ ਸੱਚੀ ਸੱਚੀ ਦੱਸ ਕੇ ਰਾਣੀ ਹੈ ਜਾਂ ਦਾਸੀ? ਮਾਂ ਨੇ ਹੌਂਕਾ ਭਰ ਕੇ ਅੱਗੋਂ ਜਵਾਬ ਦਿੱਤਾ, ਮੈਂ ਜਨਮ ਦੇ ਸੰਬੰਧ ਦੇ ਨਾਲ ਤਾਂ ਰਾਣੀ ਹਾਂ, ਕਿਉਂਕਿ ਪਰਮਾਤਮਾ ਦੀ ਭਗਤੀ ਨਹੀਂ ਕੀਤੀ, ਇਸ ਵਾਸਤੇ ਮੇਰੀ ਭੈੜੀ ਦਸ਼ਾ ਹੈ। ਧਰੂ ਨੇ ਫਿਰ ਸਵਾਲ ਕੀਤਾ, ਇਹ ਦੱਸ ਕਿ ਕਿਹੜਾ ਕਰਮ ਕਰਾਂ ਜਿਹਦੇ ਨਾਲ ਮੈਨੂੰ ਰਾਜ ਮਿਲ ਜਾਵੇ ਤੇ ਸਾਰੇ ਵੈਰੀ ਮਿੱਤਰ ਬਣ ਜਾਣ? ਮਾਂ ਨੇ ਜਵਾਬ ਦਿੱਤਾ, ਪੁੱਤਰ ਪਰਮਾਤਮਾ ਦੀ ਭਗਤੀ ਉਹ ਪਾਪੀਆਂ ਦੇ ਪਾਪ ਖੰਡਦਾ ਹੈ ਤੇ ਉਹੀ ਰਾਜ ਦਿੰਦਾ ਹੈ। ਇਹ ਸੁਣ ਕੇ ਧਰੂ ਵਿਰਾਗੀ ਹੋ ਗਿਆ, ਤਪ ਕਰਨ ਵਾਸਤੇ ਜੰਗਲ ਨੂੰ ਗਿਆ। ਅੱਗੋਂ ਨਾਰਦ ਮੁਨੀ ਜੀ ਮਿਲੇ, ਉਹਨਾਂ ਨੇ ਉਪਦੇਸ਼ ਦਿੱਤਾ। ਧਰੂ ਨਾਮ ਰੂਪੀ ਖਜ਼ਾਨੇ ਦਾ ਮਾਲਕ ਬਣ ਗਿਆ। ਜਦੋਂ ਰਾਜੇ ਨੂੰ ਪਤਾ ਲੱਗਿਆ ਕਿ ਉਹਦਾ ਪੁੱਤਰ ਜੰਗਲ ਨੂੰ ਤੁਰ ਪਿਆ ਤਾਂ ਉਹ ਪਿੱਛੇ ਤਾਂ ਆਇਆ, ਆਖਿਆ ਘਰ ਚੱਲ, ਰਾਜ ਤਖਤ ਉੱਤੇ ਬੈਠ। ਜੋ ਗੁਰਮੁਖ ਹਾਰ ਕੇ ਚੱਲਦੇ ਨੇ ਤਾਂ ਪਰਮਾਤਮਾ ਦੀ ਸਹਾਇਤਾ ਦੇ ਨਾਲ ਉਹਨਾਂ ਨੂੰ ਫਤਿਹ ਹੁੰਦੀ ਹੈ। ਹੇ ਜਗਿਆਸਿਓ, ਵਾਹਿਗੁਰੂ ਦੇ ਪ੍ਰੇਮੀਓ, ਧਰੂ ਦੀ ਪੂਰੀ ਸਾਖੀ ਧਿਆਨ ਨਾਲ ਸੁਣੋ। ਭਗਤਾਂ ਦੀਆਂ ਸਾਖੀਆਂ ਸੁਣਨ ਦੇ ਨਾਲ ਕਲਿਆਣ ਹੋ ਜਾਂਦੀ ਹੈ। ਸਤਯੁਗ ਦੇ ਵਿੱਚ ਰਾਜਾ ਉਤਾਨਪਦ ਹੋਇਆ। ਉਹ ਬੜਾ ਹੀ ਧਰਮੀ, ਦਲੇਰ ਤੇ ਨਿਆਂਕਾਰੀ ਰਾਜਾ ਸੀ। ਉਸ ਦੀਆਂ ਦੋ ਰਾਣੀਆਂ ਸੀ। ਵੱਡੀ ਰਾਣੀ ਦਾ ਨਾਮ ਸੁਨੀਤੀ ਸੀ ਤੇ ਛੋਟੀ ਦਾ ਨਾਮ ਸੁਰਿਚੀ। ਵੱਡੀ ਰਾਣੀ ਸੁਨੀਤੀ ਦੇ ਪੁੱਤਰ ਦਾ ਨਾਮ ਧਰੂ ਸੀ ਅਤੇ ਛੋਟੀ ਰਾਣੀ ਸੁਰਿਚੀ ਦੇ ਪੁੱਤਰ ਦਾ ਨਾਮ ਉੱਤਮ ਸੀ। ਦੋਵੇਂ ਬਾਲਕ ਇੱਕ ਹੀ ਆਯੂ ਦੇ ਸੀ, ਜਨਮ 'ਚ ਥੋੜੇ ਦਿਨਾਂ ਦਾ ਹੀ ਅੱਗਾ ਪਿੱਛਾ ਸੀ। ਸੁਨੀਤੀ ਗੁਣਵੰਤੀ, ਪ੍ਰਤੀਪਰਤਾ, ਪਰਮਾਤਮਾ ਦੇ ਭੈ ਵਾਲੀ ਸਧਾਰਨ ਇਸਤਰੀ ਸੀ। ਉਹਦੇ ਵਿੱਚ ਸਾਰੇ ਚੰਗੇ ਗੁਣ ਸਨ। ਰਾਜੇ ਉਤਾਨਪਦ ਦੇ ਨਾਲ ਬੜਾ ਪਿਆਰ ਕਰਦੀ ਸੀ, ਪਰ ਪਿਆਰ ਨਾਲ ਦਿਖਾਵਾ ਨਹੀਂ ਸੀ ਕਰਦੀ, ਕਿਉਂਕਿ ਉਸਨੂੰ ਚਲਾਕ ਇਸਤਰੀਆਂ ਵਰਗੇ ਨਖਰੇ, ਚਲਿੱਤਰ ਤੇ ਸਾਂਗ ਕਰਨੇ ਨਹੀਂ ਸੀ ਆਉਂਦੇ। ਪਰ ਦੂਜੀ ਸੁਰਿਚੀ ਬੜੀ ਚਲਾਕ ਸੀ। ਉਸ 'ਚ 400 ਚਲਿੱਤਰ ਸਨ। ਉਹ ਜਵਾਨੀ, ਸੁੰਦਰਤਾ, ਉਹ ਨਿਖਾਰ ਕੇ ਰਾਜੇ ਦਾ ਮਨ ਵਾਸਨਾ ਭੋਗ ਦੇ ਵੱਲ ਪ੍ਰੇਰਦੀ ਰਹਿੰਦੀ ਤੇ ਇਸਤਰੀ ਮਰਦ ਦਾ ਧਰਮ ਤੇ ਉੱਚ ਕਰਮ ਖੋਹ ਲੈਂਦੀ। ਉਹ ਰਾਤ ਦਿਨੇ ਅੱਗੇ ਪਿੱਛੇ ਫਿਰਦੀ ਰਹਿੰਦੀ, ਨੱਚਦੀ ਗਾਉਂਦੀ, ਸ਼ਿੰਗਾਰ ਕਰਦੀ, ਰਾਜੇ ਦੇ ਮਨ ਨੂੰ ਨਚਾਉਂਦੀ। ਹੌਲੀ ਹੌਲੀ ਰਾਜਾ ਉਸਦਾ ਦਾਸ ਹੋ ਗਿਆ। ਉਹ ਜੋ ਦਿਨ ਨੂੰ ਰਾਤ ਕਹਿੰਦੀ ਤਾਂ ਰਾਜਾ ਰਾਤ ਕਹਿੰਦਾ। ਚੰਦਰੀ ਸੁਰੀਚੀ ਨੇ ਰਾਜੇ ਨੂੰ ਚੁੱਕ ਕੇ ਮਾੜੀਆਂ ਚੰਗੀਆਂ ਝੂਠੀਆਂ ਗੱਲਾਂ ਦੱਸ ਕੇ ਰਾਣੀ ਸੁਨੀਤੀ ਨੂੰ ਰਾਜੇ ਦੇ ਦਿਲੋਂ ਹੀ ਲਾ ਦਿੱਤਾ। ਉਹ ਕਈ ਮਹੀਨੇ ਮੱਥੀ ਨਾ ਲੱਗਦਾ। ਜਦੋਂ ਰਾਜੇ ਨੇ ਆਦਰ ਨਾ ਕੀਤਾ ਤਾਂ ਦਾਸ ਦਾਸੀਆਂ ਵੀ ਸੁਨੀਤਾ ਦਾ ਹੁਕਮ ਮੰਨਣ ਤੋਂ ਕੰਨੀ ਕਤਰਾਉਣ ਲੱਗ ਗਈਆਂ। ਉਹ ਪਟਰਾਣੀ ਹੁੰਦੀ ਹੋਈ ਵੀ ਦਾਸੀਆਂ ਦੇ ਵਾਂਗ ਰਹਿਣ ਲੱਗੀ। ਮਹਿਲ ਦੇ ਇੱਕ ਹਿੱਸੇ 'ਚ ਬਹਿ ਜਾਂਦੀ। ਉਸਦੇ ਹੱਸਣ ਦਾ ਜਾਂ ਖੁਸ਼ ਹੋਣ ਦਾ ਕੋਈ ਵਸੀਲਾ ਹੀ ਨਹੀਂ ਸੀ। ਉਹ ਉਸਦਾ ਪਿਆਰਾ ਬੇਟਾ ਧਰੂ ਸੀ। ਉਸ ਵੇਲੇ ਧਰੂ ਦੀ ਉਮਰ ਮਸਾਂ ਹੀ 7-8 ਸਾਲ ਦੀ ਸੀ। ਉਮਰ ਭਾਵੇਂ ਛੋਟੀ ਸੀ, ਬਟ ਸੂਝ-ਬੂਝ ਬਹੁਤ। ਸੁਨੀਤੀ ਧਰੂ ਨੂੰ ਕੋਲ ਹੀ ਰੱਖਿਆ ਕਰਦੀ ਤੇ ਸਬੱਬ ਦੇ ਨਾਲ ਇੱਕ ਦਿਨ ਹੋਰ ਬਾਲਕਾਂ ਨਾਲ ਧਰੂ ਖੇਡਦਾ ਹੋਇਆ ਆਪਣੇ ਬਾਪ ਦੇ ਮਹਿਲਾਂ 'ਚ ਚਲਿਆ ਗਿਆ ਤੇ ਅੱਗੇ ਰਾਜਾ ਬੈਠਾ ਸੀ।
ਉਸਨੇ ਜਦੋਂ ਦੇਖਿਆ ਕਿ ਉਹਦਾ ਪੁੱਤਰ ਧਰੂ ਆਇਆ, ਉਹ ਭੋਲੀ ਤੇ ਸੁੰਦਰ ਸੁਰਤ ਵਾਲਾ ਬਾਲਕ ਉਸ ਨੂੰ ਆਪਣੇ ਵੱਲ ਖਿੱਚ ਰਿਹਾ, ਤਾਂ ਰਾਜੇ ਨੇ ਉੱਠ ਕੇ ਛੇਤੀ ਨਾਲ ਧਰੂ ਨੂੰ ਫੜ ਲਿਆ ਤੇ ਚੁੱਕ ਕੇ ਛਾਤੀ ਨਾਲ ਲਗਾ ਲਿਆ। ਉਸਦੇ ਮੁਖੜੇ ਨੂੰ ਚੁੰਮਿਆ ਤੇ ਗੋਦੀ ਦੇ ਵਿੱਚ ਬਿਠਾ ਲਿਆ। ਅਜੇ ਬੱਚੇ ਦੇ ਨਾਲ ਗੱਲਾਂ ਕਰਨ ਹੀ ਲੱਗਿਆ ਸੀ ਕਿ ਅਚਾਨਕ ਸੁਰੀਚੀ ਆ ਗਈ ਤੇ ਉਹਨੇ ਬਿਜਲੀ ਦੇ ਹੌਨੀ ਰੂਪ ਸੀ। ਮੋਟੇ ਨੈਣਾਂ ਦੇ ਵਿੱਚ ਕੱਜਲ ਪਾਇਆ ਹੋਇਆ ਸੀ, ਕਾਲੀ ਘਟਾ ਵਰਗੇ ਕੇਸ ਖੁੱਲ੍ਹੇ ਛੱਡੇ ਹੋਏ ਸਨ। ਵਾਸ਼ਨਾ ਦੀ ਪਾਗਲ ਕੀਤੀ ਹੋਈ ਜਦੋਂ ਰਾਜੇ ਦੇ ਕੋਲੇ ਆਈ ਤਾਂ ਧਰੂ ਨੂੰ ਗੋਦ 'ਚ ਬੈਠੇ ਦੇਖ ਕੇ ਸੜ ਬੱਲ ਕੇ ਕੋਲਾ ਹੋ ਗਈ। ਅਣਬੋਲੇ ਹੀ ਬੱਚੇ ਧਰੂ ਦੀ ਬਾਂਹ ਫੜ ਕੇ ਉਹਨੂੰ ਰਾਜੇ ਦੀ ਗੋਦ 'ਚੋਂ ਕੱਢ ਲਿਆ, ਬਾਹਰ ਖਿੱਚ ਕੇ 2 ਪਟੋਕੀਆਂ ਮਾਰੀਆਂ ਤੇ ਕੜਕ ਕੇ ਕਿਹਾ, ਮੁੜ ਕੇ ਇਹਦੇ ਮਹਿਲ ਦੇ ਵਿੱਚ ਨਾ ਆਈ, ਆਪਦੀ ਮਾਂ ਕੋਲ ਹੀ ਰਿਹਾ ਕਰ। ਮਾਸੂਮ ਬੱਚਾ ਰੋਂਦਾ ਹੋਇਆ ਰਾਜੇ ਕੋਲੋਂ ਦੂਰ ਚਲਾ ਗਿਆ। ਰਾਜਾ ਉਤਾਨਪਦ ਸੁਰੀਚੀ ਵੱਲ ਵੇਖਦਾ ਹੀ ਰਹਿ ਗਿਆ, ਉਸਨੂੰ ਇੱਕ ਸ਼ਬਦ ਵੀ ਮਾੜਾ ਨਾ ਆਖਿਆ। ਧਰੂ ਨੂੰ ਰਾਜੇ ਦੀਆਂ ਅੱਖਾਂ ਦੇ ਅੱਗੋਂ ਦੂਰ ਕਰਕੇ ਚਲਾਕ ਤੇ ਕਾਮਕਲਾ ਸੁਰੀਚੀ ਰਾਜੇ ਦੇ ਗਲ ਬਾਹੀਂ ਹਾਰ ਪਾ ਕੇ ਉਸਦੇ ਨਾਲ ਝੂਠਾ ਪਿਆਰ ਕਰਨ ਲੱਗੀ ਤੇ ਉਸਦੇ ਕੋਮਲ ਤਨ ਦੀ ਛੋਹ ਪ੍ਰਾਪਤ ਕਰਕੇ ਰਾਜਾ ਪੁੱਤਰ ਨੂੰ ਭੁੱਲੀ ਗਿਆ। ਦੂਸਰੇ ਹੱਥ ਮਿਸਕਪਟ ਮਾਸੂਮ ਤੇ ਨਿਰਮਲ ਆਤਮਾ ਵਾਲਾ ਬਾਲਕ ਧਰੂ ਮਨ ਹੀ ਮਨ ਕਈ ਤਰ੍ਹਾਂ ਦੇ ਵਿਚਾਰ ਕਰਦਾ ਰੋਂਦਾ ਆਪਣੀ ਮਾਂ ਸੁਨੀਤੀ ਦੇ ਕੋਲੇ ਗਿਆ। ਬੱਚੇ ਨੂੰ ਰੋਂਦਾ ਦੇਖ ਕੇ ਸੁਨੀਤੀ ਦੇ ਹਿਰਦੇ 'ਚ ਮੁੱਕੀ ਵੱਜੀ। ਉਸਦਾ ਦਿਲ ਦਹਿਲ ਗਿਆ ਕਿਉਂਕਿ ਧਰੂ ਕਦੇ ਰੋਂਦਾ ਉਹਦੇ ਕੋਲ ਨਹੀਂ ਸੀ ਆਇਆ। ਨੱਸ ਕੇ ਅੱਗੋਂ ਹੀ ਧਰੂ ਨੂੰ ਚੁੱਕ ਕੇ ਧੜਕਦੇ ਸੀਨੇ ਦੇ ਨਾਲ ਲਾਇਆ, ਸਿਰ ਤੇ ਪਿਆਰ ਦਿੰਦੀ ਪੁੱਛਿਆ, ਮਾਂ ਮੇਰੇ ਲਾਲ ਨੂੰ ਕੀ ਹੋਇਆ, ਕਿਸ ਨੇ ਮਾਰਿਆ? ਧਰੂ ਹੌਂਕੇ ਲੈਂਦਾ ਹੋਇਆ, ਮਾਂ ਮੈਨੂੰ ਇੱਕ ਸੱਚੀ ਗੱਲ ਦੱਸ। ਸੁਨੀਤੀ ਹੈਰਾਨ ਹੋ ਕੇ ਪੁੱਛਦੀ ਹੈ ਕਿ ਕਿਹੜੀ ਗੱਲ ਪੁੱਤਰ? ਧਰੂ ਕਹਿੰਦਾ ਹੈ ਕਿ ਕੀ ਮਾਂ ਤੂੰ ਰਾਜੇ ਦੀ ਹੋਈ ਰਾਣੀ ਹੈ ਜਾਂ ਉਸਦੀ ਦਾਸੀ ਹੈ? ਤਾਂ ਪੁੱਤਰ ਦੀ ਇਹ ਗੱਲ ਸੁਣ ਕੇ ਸੁਨੀਤੀ ਸੋਚੀ ਪੈ ਗਈ। ਉਸਦਾ ਸਿਰ ਚਕਰਾਉਣ ਲੱਗਾ। ਉਹ ਸੋਚਣ ਲੱਗੀ ਕਿ ਕੀ ਹੋ ਸਕਦਾ ਹੈ ਕਿਸੇ ਬਾਲਕ ਨੇ ਉਸਨੂੰ ਤਾਨਾ ਮਾਰਿਆ ਹੋਵੇ, ਉਹ ਕੀ ਉੱਤਰ ਦੇਵੇ। ਉਸਦੇ ਦਿਲ ਦੀ ਧੜਕਣ ਵੱਧ ਗਈ, ਅੱਖਾਂ 'ਚ ਅਥਰੂ ਆ ਗਏ, ਨੈਣਾਂ 'ਚ ਮੋਟੇ ਅਥਰੂ ਘਿਰ ਕੇ ਧਰੂ ਦੇ ਮੂੰਹ ਉੱਪਰ ਡਿੱਗ ਪਏ। ਉਹਨਾਂ ਅਥਰੂਆਂ ਦੀ ਗਰਮਾਈ ਨੇ ਧਰੂ ਨੂੰ ਸਾਰਾ ਗਿਆਨ ਕਰਾ ਦਿੱਤਾ। ਫਿਰ ਬਾਲਕ ਨੇ ਦਿਲ ਦੀ ਤਸੱਲੀ ਵਾਸਤੇ ਪੁੱਛਿਆ, ਰੋਣ ਕਿਉਂ ਲੱਗ ਪਈ? ਸੱਚ ਸੱਚ ਦੱਸ ਕਿ ਤੂੰ ਦਾਸੀ ਹੈ? ਸੁਨੀਤੀ, ਪੁੱਤਰ ਮੈਂ ਦਾਸੀ ਨਹੀਂ ਆ, ਮੈਂ ਪਟਰਾਣੀ ਆ। ਰਾਜੇ ਨੇ ਮੈਨੂੰ ਵਿਆਹ ਕੇ ਲਿਆਂਦਾ ਹੋਇਆ ਹੈ, ਤੇਰੇ ਨਾਨਕੇ ਰਾਜੇ ਨੇ, ਪਰ ਕਰਮ ਦੀ ਗੱਲ ਹੈ, ਮੇਰਾ ਜਨਮ ਤਾਂ ਰਾਜ ਮਹਿਲਾਂ ਵਿੱਚ ਹੀ ਹੋਇਆ, ਵਿਆਹੀ ਵੀ ਮੈਂ ਰਾਜ ਮਹਿਲਾਂ ਵਿੱਚ ਆਈ, ਪਰ ਪਰਮਾਤਮਾ ਦੀ ਭਗਤੀ ਦੀ ਘਾਟ ਹੈ ਕਿ ਮੇਰਾ ਸਤਕਾਰ ਨਹੀਂ। ਮੇਰੀ ਸੌਂਕਣ ਸੁਰੀਚੀ ਨੇ ਤੇਰੇ ਬਾਪ ਉੱਤੇ ਨਖਰੇ ਦਾ ਜਾਦੂ ਕੀਤਾ ਤੇ ਉਹ ਮਰਦ ਹੈ ਇਸਤਰੀ ਦਾ ਦਾਸ ਬਣ ਕੇ ਰਹਿ ਗਿਆ। ਹੁਣ ਤਾਂ ਪੁੱਤਰ ਤੈਨੂੰ ਵੀ ਰਾਜ ਨਹੀਂ ਮਿਲੇਗਾ, ਸੁਰੀਚੀ ਰਾਜ ਉੱਤਮ ਨੂੰ ਦਿਵਾਵੇਗੀ। ਭਗਤੀ ਨਾ ਕਾਰਨ ਮੈਂ ਦਾਸੀਆਂ ਦੇ ਵਾਂਗ ਰਹਿੰਦੀ ਹਾਂ। ਧਰੂ, ਮਾਂ ਹੁਣ ਰੋ ਨਾ, ਮੈਨੂੰ ਇਹ ਦੱਸ ਕਿ ਰਾਜ ਕਿਵੇਂ ਮਿਲ ਸਕਦਾ? ਸੁਨੀਤੀ, ਪਰਮਾਤਮਾ ਦੀ ਭਗਤੀ ਕੀਤਿਆਂ ਉਹਦੇ ਕੋਲੋਂ ਵਰ ਲਿਆ। ਧਰੂ, ਬਸ ਰਹਿਣ ਦੇ ਸਭ ਗੱਲਾਂ, ਮੈਂ ਅੱਜ ਤੋਂ ਭਗਤੀ ਕਰਾਂਗਾ, ਜੰਗਲਾਂ 'ਚ ਜਾ ਕੇ ਕਠਨ ਤਪੱਸਿਆ ਕਰਾਂਗਾ, ਭਗਵਾਨ ਨੂੰ ਮਿਲਾਂਗਾ, ਉਸਦੇ ਕੋਲੋਂ ਰਾਜ ਦੀ ਭਿੱਖਿਆ ਮੰਗਾਂਗਾ। ਹੁਣ ਨਾ ਰੋ, ਰੋਣ ਦਾ ਕੋਈ ਲਾਭ ਨਹੀਂ ਹੈ। ਬਸ ਧਰੂ ਵਿਰਾਗੀ ਹੋਇਆ, ਹਜੇ ਬਾਲਕ ਸੀ, ਇਹ ਵੀ ਨਹੀਂ ਸੀ ਪਤਾ ਕਿ ਪਰਮਾਤਮਾ ਨੂੰ ਕਿਸ ਨਾਮ ਦੇ ਨਾਲ ਪੁਕਾਰੇ, ਕਿਸ ਸ਼ਬਦ ਦਾ ਜਾਪ ਕਰੇ। ਸਾਰਾ ਦਿਨ ਸੋਚਦਾ ਰਿਹਾ ਕਿ ਉਹ ਕਿੱਧਰ ਨੂੰ ਜਾਵੇ, ਕਿੰਨਾ ਚਿਰ ਭਗਤੀ ਕਰਾਂ, ਮਾਂ ਦੱਸ ਕੇ ਜਾਵੇ ਜਾਂ ਚੋਰੀ ਜਾਵੇ। ਇਹੋ ਸੋਚਦੇ ਨੂੰ ਤਰਕਾਲਾਂ ਪੈ ਗਈਆਂ ਤੇ ਰਾਤ ਹੋ ਗਈ। ਸਾਰਾ ਸ਼ਹਿਰ ਸੌਂ ਗਿਆ। ਉਸਦੀ ਮਾਂ ਦੀਆਂ ਅੱਖਾਂ ਵੀ ਨੀਂਦ ਨੇ ਮੇਟ ਦਿੱਤੀਆਂ, ਪਰ ਉਹ ਨਾ ਸੁੱਤਾ। ਉਸਦੇ ਦਿਲੋਂ ਆਵਾਜ਼ ਉੱਠ ਰਹੀ ਸੀ, ਧਰੂ ਚੱਲ ਜੰਗਲ ਨੂੰ, ਲੱਭ ਭਗਵਾਨ ਨੂੰ। ਪਿਆਰੀ ਮਾਂ ਨੂੰ ਸੁੱਤੀ ਛੱਡ ਕੇ ਬਾਲਕ ਧਰੂ ਰਾਜ ਮਹਿਲਾਂ 'ਚੋਂ ਨਿਕਲ ਗਿਆ। ਪੈਰਾਂ ਦਾ ਖੜਕਾ ਵੀ ਨਹੀਂ ਹੋਣ ਦਿੱਤਾ। ਪਰਮਾਤਮਾ ਦੀ ਲੀਲਾ ਕਿਸੇ ਸੰਤਰੀ, ਕਿਸੇ ਰਾਖੇ ਦਾਸ ਦਾਸੀ ਨੇ ਉਸ ਨੂੰ ਨਹੀਂ ਦੇਖਿਆ। ਉਹ ਰਾਜ ਮਹਿਲਾਂ ਦੇ ਹਾਤੇ ਵਿੱਚੋਂ ਬਾਹਰ ਆ ਗਿਆ। ਸ਼ਹਿਰ ਸੁੱਤਾ ਸੀ, ਬਾਜ਼ਾਰ ਸੁੰਨੇ ਸੀ। ਨਿਡਰ ਬਾਲਕ ਤੁਰਿਆ ਗਿਆ, ਥੋੜੀ ਦੂਰ ਜਾ ਕੇ ਭੱਜ ਉੱਠਿਆ। ਸ਼ਹਿਰ ਦੀ ਬਾਹਰਲੀ ਦੀਵਾਰ ਵੀ ਪਿੱਛੇ ਰਹਿ ਗਈ। ਸੁੰਨੀ ਡਰਾਉਣ ਤੇ ਹਨੇਰੀ ਉਜਾੜ ਆ ਗਈ। ਨੰਗੇ ਪੈਰੀ ਰਾਜਕੁਮਾਰ ਧਰੂ ਨੱਸਿਆ ਗਿਆ। ਕਿੱਧਰ ਜਾਣਾ ਸੀ ਇਹ ਪਤਾ ਨਹੀਂ ਸੀ। ਭਗਵਾਨ ਕਿੱਥੇ ਰਹਿੰਦਾ ਹੈ ਇਹ ਕਿਸੇ ਨੇ ਉਸ ਨੂੰ ਕੁਛ ਦੱਸਿਆ ਨਹੀਂ ਸੀ। ਉਹ ਨੱਸਾ ਜਾਂਦਾ ਇਹੋ ਆਖੀ ਗਿਆ, ਭਗਵਾਨ ਮੈਂ ਆ ਰਿਹਾ, ਤੇਰੀ ਭਗਤੀ ਕਰਾਂਗਾ। ਹਨੇਰੀ ਰਾਤ ਵਿੱਚ ਬਿਜਲੀ ਚਮਕੀ, ਬੱਦਲ ਗਰਜਿਆ ਤੇ ਸ਼ੇਰ ਤੇ ਚੀਤੇ ਬੋਲੇ। ਸੱਪਾਂ ਨੇ ਫਨਕਾਰੇ ਮਾਰੇ, ਉਜਾੜ ਨੇ ਸ਼ਾਂ ਦੀ ਡਰਾਉਣੀ ਆਵਾਜ਼ ਪੈਦਾ ਕੀਤੀ, ਪਰ ਧਰੂ ਰੁਕਿਆ ਨਹੀਂ, ਨਾ ਡਰਿਆ। ਉਸਦਾ ਮਨ ਤੇ ਅੱਖਾਂ ਅਣਡਿੱਠੇ ਭਗਵਾਨ ਦੇ ਵੱਲ ਉਰਜ ਗਰਈਆਂ ਸਨ। ਡਰ ਵਾਲੀਆਂ ਚੀਜ਼ਾਂ ਦਾ ਗਿਆਨ ਹੀ ਨਹੀਂ ਸੀ ਰਿਹਾ। ਨਿੱਕੇ ਨਿੱਕੇ ਕੋਮਲ ਪੈਰਾਂ ਜਿਹੜੇ ਕਦੇ ਸੰਗਮਰਮਰ ਤੇ ਤੁਰਦੇ ਵੀ ਦੁਖਦੇ ਸਨ, ਅੱਜ ਕੰਡਿਆਂ, ਰੋੜਾਂ ਤੇ ਕਰੜੀ ਮਿੱਟੀ ਤੇ ਨੱਸੇ ਜਾਂਦੇ ਵੀ ਨਹੀਂ ਸਨ, ਥੱਕਦੇ ਤੇ ਦੁਖਦੇ। ਰਾਤ ਬੀਤ ਗਈ, ਪ੍ਰਭਾਤ ਹੋ ਗਈ। ਸੂਰਜ ਭਗਵਾਨ ਨੇ ਦਰਸ਼ਨ ਦਿੱਤੇ।
ਕਾਲੀ ਰਾਤ ਨੇ ਆਪਣਾ ਪਰਦਾ ਗੋਲ ਕਰ ਲਿਆ। ਜੰਗਲ ਦੀ ਸਾਰੀ ਬਨਸਪਤੀ ਖਿੜ ਗਈ। ਕੰਵਰ ਫੁੱਲ ਖੇੜੇ ਵਿੱਚ ਆਏ। ਹਰ ਪਾਸੇ ਕੁਦਰਤ ਮਨਮੋਹਣੀ ਸੀ। ਜੰਗਲ ਦੇ ਜਾਨਵਰ ਹਰਨ, ਸ਼ੇਰ, ਗਿੱਦੜ, ਰਿੱਛ, ਹਾਥੀ ਆਦਿ ਪੰਛੀਆਂ ਤੇ ਸੱਪ ਠੂਹੇ ਤੁਰਦੇ ਫਿਰਦੇ ਦਿਖਾਈ ਦਿੰਦੇ ਸਨ। ਪਰ ਉਹ ਨਾ ਧਰੂ ਨੂੰ ਡਰਾਇਆ ਨਾ ਤੇ ਨਾ ਹੀ ਧਰੂ ਡਰਿਆ। ਇੱਕ ਸੁੰਦਰ ਝੀਲ ਦੇ ਕਿਨਾਰੇ ਖਲੋ ਕੇ ਸੋਚਣ ਲੱਗਿਆ, ਹੁਣ ਕਿੱਥੇ ਜਾਵਾਂ? ਭਗਵਾਨ ਕਿੱਥੇ ਹੋਵੇਗਾ? ਝੀਲ ਦਾ ਨਿਰਮਲ ਜਲ ਸੀ। ਉਸ ਵਿੱਚ ਸੈਂਕੜੇ ਰੰਗ ਬਰੰਗੀਆਂ ਕਵਲ ਫੁੱਲ ਖਿੜੇ ਹੋਏ ਸਨ। ਮੱਛੀਆਂ ਕਲੋਲ ਕਰ ਰਹੀਆਂ ਸਨ। ਮੱਛੀ ਤੇ ਕਵਲ ਫੁੱਲਾਂ ਨਾਲ ਬੱਚਿਆਂ ਦਾ ਬਹੁਤ ਪਿਆਰ ਹੁੰਦਾ ਹੈ, ਪਰ ਧਰੂ ਦੀਆਂ ਅੱਖਾਂ ਨੂੰ ਉਹ ਕੁਦਰਤੀ ਨਜ਼ਾਰੇ ਚੰਗੇ ਨਹੀਂ ਸੀ ਲੱਗ ਰਹੇ। ਉਹ ਕਿਸੇ ਨੂੰ ਢੂੰਡ ਰਿਹਾ ਸੀ ਤੇ ਢੂੰਡ ਵੀ ਉਸ ਨੂੰ ਰਿਹਾ ਸੀ ਜਿਸ ਦੀ ਉਸ ਨੂੰ ਨਾ ਸੂਰਤ ਦਾ ਜਾਣੂ ਸੀ, ਨਾ ਉਹਦੇ ਟਿਕਾਣੇ ਦਾ ਪਤਾ ਸੀ। ਉਹ ਭਗਵਾਨ ਤੂੰ ਕਿੱਥੇ ਹੈ? ਤੂੰ ਦੱਸ ਮੈਨੂੰ। ਧਰੂ ਨੇ ਇੰਨੀ ਆਵਾਜ਼ ਦਿੱਤੀ। ਆਵਾਜ਼ ਹਜੇ ਪੂਰੀ ਨਹੀਂ ਸੀ ਹੋਈ ਕਿ ਧਰੂ ਦੇ ਸਾਹਮਣੇ ਨਾਰਦ ਮੁਨੀ ਜੀ ਆ ਖਲੋਤੇ। ਨਾਰਦ ਮੁਨੀ ਨੂੰ ਦੇਖ ਕੇ ਧਰੂ ਹੈਰਾਨ ਹੋਇਆ। ਉਹ ਅਜੇ ਕੁਝ ਪੁੱਛਣ ਹੀ ਲੱਗਾ ਸੀ ਕਿ ਨਾਰਦ ਨੇ ਸਵਾਲ ਕੀਤਾ, ਬਾਲਕ ਕਿੱਥੇ ਜਾ ਰਿਹਾ? ਧਰੂ ਪਰਮਾਤਮਾ ਦੀ ਭਗਤੀ ਕਰਨ ਵਾਸਤੇ ਤਪੋਵਨ ਨੂੰ ਜਾ ਰਿਹਾ। ਭਗਵਾਨ ਉੱਥੇ ਹੀ ਰਹਿੰਦਾ ਹੈ ਨਾ? ਨਾਰਦ, ਘਰ ਨੂੰ ਮੁੜ ਚੱਲ, ਚੱਲ ਕੇ ਤੈਨੂੰ ਚੁੱਕ ਕੇ ਛੱਡ ਆਵਾਂ। ਤੇਰੇ ਕੋਲੋਂ ਭਗਤੀ ਨਹੀਂ ਹੋਣੀ। ਤਪੋਵਨ ਬਹੁਤ ਦੂਰ ਹੈ। ਰਾਸਤੇ 'ਚ ਹਜ਼ਾਰਾਂ ਬਲਾਈ ਹਨ ਜੋ ਤੇਰੇ ਕੋਮਲ ਸਰੀਰ ਨੂੰ ਖਾ ਜਾਣਗੀਆਂ। ਨਾ ਤਾਂ ਤੇਥੋਂ ਪੈਂਡਾ ਹੋਣਾ ਹੈ, ਨਾ ਭੁੱਖ ਤੇਰੇ ਸਹੀ ਜਾਣੀ ਹੈ। ਕਿਸੇ ਰਾਜੇ ਦਾ ਪੁੱਤਰ ਲੱਗ ਰਿਹਾ ਤੂੰ। ਉਮਰ ਬਹੁਤ ਛੋਟੀ ਹੈ। ਤੂੰ ਮੁੜ ਚੱਲ ਪਿੱਛੇ। ਧਰੂ ਗੁੱਸੇ ਹੋ ਕੇ, ਦੇਖੋ ਜੀ ਤੁਸੀਂ ਕੌਣ? ਇਹ ਤਾਂ ਮੈਨੂੰ ਪਤਾ ਨਹੀਂ, ਪਰ ਮੈਨੂੰ ਭਗਤੀ ਕਰਨ ਵੱਲੋਂ ਨਾ ਰੋਕੋ। ਜੇ ਰੋਕੋਗੇ ਤਾਂ ਮੇਰੇ ਦੁਸ਼ਮਣ ਹੋਵੋਗੇ। ਮੈਂ ਤਪੋਵਨ ਜ਼ਰੂਰ ਪੁੱਜਾਂਗਾ। ਭਗਵਾਨ ਦੇ ਦਰਸ਼ਨ ਕਰਨੇ ਨੇ ਮੈਂ। ਜੇ ਆਪ ਰਾਹ ਨਹੀਂ ਦੱਸ ਸਕਦੇ ਤਾਂ ਖਰਾਬ ਵੀ ਨਾ ਕਰੋ। ਜਾਓ ਤੇ ਆਪਣੇ ਰਾਹ ਪਾਓ। ਧਰੂਬ ਨੇ ਇਹ ਦਲੇਰੀ ਭਰੇ ਬਚਨ ਸੁਣ ਕੇ ਨਾਰਦ ਹੈਰਾਨ ਹੋ ਗਿਆ। ਉਸਨੇ ਮਨ ਹੀ ਮਨ ਸੋਚਿਆ ਵੀ ਬਾਲਕ ਨਹੀਂ ਹੱਠ ਛੱਡੇਗਾ, ਇਸ ਵਾਸਤੇ ਇਹਨੂੰ ਭਗਤੀ ਸਾਰਕ ਦੱਸਣਾ ਚਾਹੀਦਾ। ਨਾਰਦ ਧਰੂ ਨੂੰ ਸੰਬੋਧਨ ਕਰਕੇ ਉਸਦੇ ਸਿਰ ਉੱਤੇ ਹੱਥ ਰੱਖ ਕੇ ਕਹਿਣ ਲੱਗਾ, ਬਾਲਕ ਮੈਨੂੰ ਪਤਾ ਹੈ ਕਿ ਤੇਰਾ ਨਾਮ ਧਰੂ ਹੈ। ਤੂੰ ਰਾਜੇ ਉਤਾਨਪਦ ਦਾ ਵੱਡਾ ਲੜਕਾ ਹੈ। ਤੇਰੀ ਮਾਂ ਸੁਨੀਤੀ ਹੈ। ਮਤਰੇਈ ਦੀ ਈਰਖਾ ਦੇ ਕਾਰਨ ਤਪ ਕਰਨ ਵਾਸਤੇ ਤੂੰ ਆਇਆ। ਰਾਜ ਭਾਗ ਹਾਸਲ ਕਰਨ ਦੀ ਇੱਛਾ ਹੈ। ਜਾ ਬੇਟਾ, ਤੇਰੀ ਇੱਛਾ ਪੂਰੀ ਹੋਵੇਗੀ। ਉਸ ਭਗਵਾਨ ਦਾ ਨਾਮ ਜਪਣਾ ਹੀ ਇਹ ਮੰਤਰ ਯਾਦ ਕਰ ਲੈ, ਓਮ ਨਮੋ ਭਗਵਤੇ ਵਾਸੁਦੇਵਾਏ। ਇਸ ਨੂੰ ਜ਼ੁਬਾਨੋਂ ਰਟਣਾ, ਅੱਖਾਂ ਤੇ ਮਨ 'ਚ ਕੇਸ਼ਵ ਕਲੇਸ਼ ਹਰੀ ਦਾ ਧਿਆਨ ਧਰਨਾ। ਤਪੋ ਬਣ ਜਾਣ ਦੀ ਲੋੜ ਨਹੀਂ। ਇਸੇ ਝੀਲ ਕਿਨਾਰੇ ਬੈਠ ਜਾ। ਇਹ ਆਖ ਕੇ ਨਾਰਦ ਨੇ ਧਰੂ ਨੂੰ ਸਮਾਧੀ ਲਾਉਣ ਦੇ ਢੰਗ ਦੱਸੇ। ਸਾਰੀਆਂ ਯੁਕਤੀਆਂ ਦੱਸ ਕੇ ਦੈਵੀ ਸ਼ਕਤੀ ਦੇ ਨਾਲ ਨਾਰਦ ਮੁਨੀ ਅਲੋਪ ਹੋ ਗਿਆ। ਨਾਰਦ ਦਾ ਇੱਕਦਮ ਅਲੋਪ ਹੋਣਾ ਦੇਖ ਕੇ ਧਰੂ ਦੇ ਮਨ ਤੇ ਬਹੁਤ ਚੰਗਾ ਅਸਰ ਪਿਆ। ਉਹਨੇ ਸਮਝਿਆ ਸ਼ਾਇਦ ਉਹ ਭਗਵਾਨ ਹੈ। ਜੇ ਮੈਨੂੰ ਸੱਚ ਨਹੀਂ ਦੱਸ ਕੇ ਗਿਆ, ਪਰ ਭਗਤੀ ਕਰਨ ਦਾ ਢੰਗ ਦੱਸਣ ਤੇ ਆ ਗਿਆ। ਨਾਰਦ ਦੇ ਦੱਸਣ ਦੇ ਅਨੁਸਾਰ ਧਰੂ ਸਮਾਧੀ ਲਾ ਕੇ ਬੈਠ ਗਿਆ। ਓਮ ਨਮੋ ਭਗਵਤੇ ਵਾਸੁਦੇਵਾਏ ਦਾ ਜਾਪ ਕਰਦਾ ਹੋਇਆ ਤਪ ਕਰਨ ਲੱਗਿਆ। ਇਸ ਤਪ ਨੂੰ ਉਗਰ ਤਪ ਆਖਿਆ ਜਾਂਦਾ ਹੈ। ਅੱਧੀ ਰਾਤ ਨੂੰ ਸੁਨੀਤੀ ਦੀ ਨੀਂਦ ਖੁੱਲੀ ਤੇ ਉਸਨੇ ਧਰੂ ਨੂੰ ਨਾਲ ਸੁੱਤਾ ਨਾ ਦੇਖਿਆ ਤਾਂ ਧਰੂ ਨੂੰ ਆਵਾਜ਼ਾਂ ਦਿੱਤੀਆਂ। ਦਾਸੀਆਂ ਨੂੰ ਸੱਦ ਕੇ ਪੁੱਛਿਆ। ਸਾਰਾ ਰਾਜ ਮਹਿਲ ਛਾਣ ਮਾਰਿਆ, ਪਰ ਧਰੂ ਦਾ ਕੁਛ ਅਤਾ ਪਤਾ ਨਾ ਲੱਗਾ। ਉਹ ਕਿੱਧਰ ਚਲਾ ਗਿਆ? ਸੁਨੀਤੀ ਵਿਰਲਾਪ ਕਰਨ ਲੱਗੀ। ਉਸਦੇ ਹਿਰਦੇ ਵਿੱਚ ਸੰਸਾ ਫੁੱਟਿਆ ਤੇ ਕਿਤੇ ਉਹਦੀ ਸੌਂਕਣ ਨੇ ਧਰੂ ਨੂੰ ਚੁਕਵਾ ਕੇ ਮਾਰ ਹੀ ਨਾ ਦਿੱਤਾ ਹੋਵੇ। ਰਾਜੇ ਨੂੰ ਜਦੋਂ ਪਤਾ ਲੱਗਿਆ ਕਿ ਧਰੂ ਗੁੰਮ ਹੋ ਗਿਆ, ਸਾਰੇ ਰਾਜ ਕਰਮਚਾਰੀ ਢੋਲਣ ਲੱਗੇ। ਸ਼ਹਿਰ ਦੇ ਵਿੱਚ ਇਹ ਖਬਰ ਖਿੱਲਰ ਗਈ। ਹਰ ਪਾਸੇ ਸੋਗ ਦੀ ਸਫਾ ਵਿਛ ਗਈ। ਦਿਨ ਚੜ੍ਹੇ। ਸਾਰੇ ਹੈਰਾਨ ਤੇ ਉਦਾਸ ਬੈਠੇ ਕਿ ਨਾਰਦ ਮੁਨੀ ਨੇ ਆ ਹਰੀ ਨਾਰਾਇਣ ਆਖਿਆ। ਰਾਜੇ ਉਤਾਨਪਦ ਨੂੰ ਉਦਾਸ ਦੇਖ ਕੇ ਨਾਰਦ ਨੇ ਪੁੱਛਿਆ, ਹੇ ਰਾਜਨ, ਉਦਾਸ ਕਿਉਂ ਬੈਠਾ ਹੈ? ਉਤਾਨਪਦ, ਮਹਾਰਾਜ ਮੇਰਾ ਇੱਕ ਬਾਲਕ ਧਰੂ ਜਿਹਦੀ ਆਯੂ ਹਜੇ ਮਸਾਂ ਹੀ 5 ਸਾਲ ਦੀ ਹੈ, ਰਾਤ ਦਾ ਗੁੰਮ ਹੈ। ਸਾਰੇ ਲੱਭ ਚੁੱਕੇ ਆ, ਉਹ ਲੱਭਦਾ ਨਹੀਂ। ਨਾਰਦ, ਹਰੀ ਨਾਰਾਇਣ, ਹਰੀ ਨਾਰਾਇਣ। ਰਾਜਨ, ਉਹਦੀ ਚਿੰਤਾ ਕਿਉਂ ਕਰਦਾ ਹੈ? ਤੇਰਾ ਪੁੱਤਰ ਉੱਤਮ ਜੋ ਤੇਰੇ ਕੋਲ ਤਾਂ ਹੈ। ਉਤਾਨਪਦ, ਮਹਾਰਾਜ ਭਾਵੇਂ ਉਹ ਉੱਤਮ ਮੇਰੇ ਕੋਲ ਹੈ, ਫਿਰ ਵੀ ਧਰੂ ਮੇਰਾ ਵੱਡਾ ਪੁੱਤਰ ਹੈ, ਉਸਦੇ ਨਾਲ ਮੇਰਾ ਪਿਆਰ ਹੈ। ਨਾਰਦ, ਇਹ ਝੂਠ ਹੈ। ਜਦੋਂ ਬੁੱਧੀ ਭ੍ਰਿਸ਼ਟ ਹੋ ਜੇ ਤਾਂ ਜਵਾਨਾਂ ਉੱਤੇ ਝੂਠ ਆ ਜਾਂਦਾ ਹੈ। ਤੇਰਾ ਪਿਆਰ ਧਰੂ ਨਾਲ ਨਹੀਂ, ਸਗੋਂ ਸੁਰੀਚੀ ਦੇ ਗੌਰੀ ਚਮੜੀ ਦੇ ਨਾਲ ਹੈ। ਤੂੰ ਭੋਗ ਦਾ ਭੁੱਖਾ ਹੈ। ਪੁੱਤਰ ਦੀ ਕਦਰ ਨਹੀਂ ਤੈਨੂੰ ਰਾਜਨ। ਜੇ ਪੁੱਤਰ ਦੀ ਕਦਰ ਹੁੰਦੀ, ਜੇ ਪੁੱਤ ਨਾਲ ਪਿਆਰ ਹੁੰਦਾ ਤਾਂ ਸੁਰੀਚੀ ਤੇਰੇ ਪੁੱਤਰ ਦੀ ਨਿਰਾਦਰੀ ਨਾ ਕਰਦੀ। ਇਸਤਰੀ ਦਾ ਹੈ ਕਿ ਇੱਕ ਮਾਸੂਮ ਬੱਚੇ ਨੂੰ ਉਸਦੇ ਬਾਪ ਦੀ ਗੋਦ ਵਿੱਚੋਂ ਉਠਾਲ ਦੇਵੇ। ਬੱਚਾ ਬਾਪ ਦੇ ਕੋਲ ਆ ਗਿਆ ਤਾਂ ਉਸਨੂੰ ਝਿੜਕੇ ਤੇ ਦੁਰਕਾਰੇ। ਇਹ ਨਾਟਕ ਉਹ ਥਾਂ ਤੇ ਖੇਡਿਆ ਜਾਂਦਾ ਜਿੱਥੇ ਪੁਰਸ਼ ਕਾਮੀ ਤੇ ਚਿੱਟੀ ਚਮੜੀ ਦਾ ਪੁਜਾਰੀ ਹੋਵੇ। ਰਾਜਨ, ਤੇਰਾ ਪੁੱਤਰ ਧਰੂ ਘੋਰ ਤਪੱਸਿਆ ਕਰਨ ਵਾਸਤੇ ਜੰਗਲ ਨੂੰ ਚਲਿਆ ਗਿਆ। ਉਹ ਤੈਨੂੰ ਨਹੀਂ ਮਿਲਣਾ। ਘੋਰ ਤਪ ਕਰਕੇ ਰਾਜ ਹਾਸਲ ਕਰੇਗਾ। ਤੇਰੀਆਂ ਭੁੱਲਾਂ ਦਾ ਫਲ ਤੈਨੂੰ ਚਖਾਵੇਗਾ। ਉਹ ਨਹੀਂ ਤੈਨੂੰ ਲੱਭ ਸਕਦਾ।
ਉਤਾਨਪਦ ਹੈਰਾਨ ਹੋ ਕੇ, ਮੇਰਾ ਧਰੂ ਤਪੋਵਨ ਚਲਾ ਗਿਆ, ਤਪ ਕਰੇਗਾ, ਮੇਰੇ ਕਰਮਾਂ ਦਾ ਫਲ। ਮੁਨੀ ਜੀ ਇਹ ਕੀ ਕਹਿੰਦੇ ਜੇ? ਨਾਰਦ, ਮੈਂ ਉਹੀ ਕੁਝ ਕਹਿ ਰਿਹਾ ਜੋ ਕੁਝ ਹੋ ਰਿਹਾ। ਨਾਰਦ ਕਦੀ ਝੂਠ ਨਹੀਂ ਬੋਲਦਾ। ਉਤਾਨਪਦ, ਹੁਣ ਮੈਂ ਕੀ ਕਰਾਂ? ਕੀ ਮੇਰਾ ਪੁੱਤਰ ਮੋੜਿਆ ਮੁੜ ਆਵੇਗਾ? ਜੇ ਮੈਂ ਰਾਜ ਦੇਣਾ ਹੈ, ਦੇਣ ਲੱਗਾ, ਅੱਧਾ ਰਾਜ ਮੈਂ ਪਹਿਲਾਂ ਉਹਨੂੰ ਦੇ ਦੇਵਾਂਗਾ, ਉਹ ਘਰ ਆਵੇ। ਨਾਰਦ, ਮੋੜ ਦੇਖੋ, ਪਰ ਉਹ ਨਹੀਂ ਹੁਣ ਆਵੇਗਾ, ਦਿੱਤਿਆ ਰਾਜ ਨਹੀਂ ਲਵੇਗਾ, ਘੋਰ ਤਪ ਦੇ ਬਲ ਦੇ ਨਾਲ ਰਾਜ ਹਾਸਲ ਕਰੇਗਾ। ਉਹ ਬਾਲਕ ਹਠੀ ਹੈ। ਨਾਰਦ ਦੇ ਕੋਲੋਂ ਪਤਾ ਪੁੱਛ ਕੇ ਉਤਾਨਪਦ ਇਕੱਲਾ ਰੱਥ ਲੈ ਕੇ ਪੁੱਤਰ ਦੇ ਪਿੱਛੇ ਗਿਆ। ਆਖਰ ਉਸ ਸਥਾਨ ਤੇ ਪਹੁੰਚਿਆ ਜਿੱਥੇ ਸਮਾਧੀ ਲਾ ਕੇ ਧਰੂ ਬੈਠਾ ਸੀ। ਜਾਗੇ ਰਾਜੇ ਨੇ ਬਹੁਤ ਤਰਲੇ ਲਏ, ਧਰੂ ਭਗਤੀ ਛੱਡ ਦੇ, ਘਰ ਚਲਿਆ। ਧਰੂ ਸਗੋਂ ਪੱਕਾ ਹੋ ਕੇ ਬੋਲਿਆ, ਮੈਂ ਘਰ ਨਹੀਂ ਜਾਣਾ, ਭਗਤੀ ਕਰਾਂਗਾ। ਜੇ ਭਗਵਾਨ ਦੀ ਭਗਤੀ ਕਰਨ ਲੱਗੇ ਹੀ ਅੱਧਾ ਰਾਜ ਮਿਲਦਾ ਤਾਂ ਪੂਰੀ ਭਗਤੀ ਕੀਤੇ ਕਿਉਂ ਨਾ ਪੂਰਾ ਰਾਜ ਮਿਲੇ। ਐਸੀ ਭਗਤੀ ਪ੍ਰਤਾਪ ਵਾਲੀ ਹੈ। ਰਾਜਾ ਨਿਰਾਸ਼ ਹੋ ਕੇ ਵਾਪਸ ਆਪਣੇ ਸ਼ਹਿਰ ਮੁੜ ਆਇਆ, ਪਰ ਧਰੂ ਦੀ ਮੁਲਾਕਾਤ ਨੇ ਉਸਦੇ ਜੀਵਨ ਨੂੰ ਪਲਟ ਦਿੱਤਾ। ਉਹ ਸੰਜਮ ਦੇ ਨਾਲ ਜੀਵਨ ਦੇ ਦਿਨ ਕੱਟਣ ਲੱਗਾ। ਉਧਰ ਧਰੂ ਨਿਰਾ ਆਧਾਰ ਰਹਿ ਕੇ ਘੋਰ ਤਪ ਕਰਨ ਲੱਗਾ। ਤਪ ਕਰਦੇ ਨੂੰ ਕਾਫੀ ਚਿਰ ਹੋ ਗਿਆ ਤੇ ਭਗਤਾਂ ਦੇ ਦੁਸ਼ਮਣ ਇੰਦਰ ਨੂੰ ਵਕਤ ਪਿਆ। ਉਹਨੇ ਜਾਤਾ ਧਰੂ ਘੋਰ ਤਪ ਕਰਕੇ ਕਿਤੇ ਮੇਰਾ ਰਾਜ ਵੀ ਨਾ ਖੋਹ ਲਵੇ। ਰਾਜ ਖੁੱਸ ਗਿਆ ਤਾਂ ਬੜੇ ਕਸ਼ਟ ਚੱਲਣੇ ਪੈਣਗੇ। ਇਸ ਵਾਸਤੇ ਉਸਨੇ ਧਰੂ ਦਾ ਤਪ ਭੰਗ ਕਰਨ ਵਾਸਤੇ ਆਪਣੀ ਦੈਵੀ ਸ਼ਕਤੀ ਦੇ ਕੋਲੋਂ ਕੰਮ ਲੈਣਾ ਚਾਹਿਆ। ਉਸਨੇ ਪਹਿਲਾਂ ਤਾਂ ਮਾਇਆ ਰੂਪੀ ਇਸਤਰੀ ਨੂੰ ਧਰੂ ਦਾ ਸਤ ਭੰਗ ਕਰਨ ਵਾਸਤੇ ਭੇਜਿਆ। ਇਸਤਰੀ ਨੇ ਧਰੂ ਦੇ ਅੱਗੇ ਨਾਚ ਕੀਤਾ, ਗੀਤ ਗਾਏ, ਪਰ ਧਰੂ ਦੀਆਂ ਅੱਖਾਂ ਨਾ ਖੁੱਲੀਆਂ। ਉਹ ਸਮਾਧੀ ਵਿੱਚ ਡੋਲ ਰਿਹਾ। ਇਸਤਰੀ ਹਾਰ ਕੇ ਚਲੀ ਗਈ। ਮਾਇਆ ਨਾਮ ਦੇ ਆਪਣੇ ਪਰਖੇ ਹੋਏ ਦੈਂਤ ਵੀਰ ਨੂੰ ਭੇਜਿਆ। ਉਹਨੇ ਆ ਕੇ ਕੋਈ ਹਨੇਰੀਆਂ ਲਿਆਂਦੀਆਂ, ਪਹਾੜਾਂ ਨੂੰ ਡੇਗਿਆ, ਧਰੂ ਦੇ ਲਾਗ ਦਰਖਤਾਂ ਪੁੱਟੀਆਂ, ਜੜ੍ਹਾਂ ਤੋਂ ਦਰਖਤ ਪੁੱਟਦੇ ਉਸਦੇ ਅੱਗੇ ਸੁੱਟੇ, ਪਰ ਧਰੂ ਦੀ ਸਮਾਧੀ ਨਾ ਖੁੱਲੀ। ਉਹ ਨੈਣ ਮੁੰਦ ਕੇ ਨਿਰਭਉ ਬੈਠਾ ਰਿਹਾ। ਦੈਂਤ ਵੀ ਹਾਰ ਕੇ ਚਲਾ ਗਿਆ। ਉਸਨੇ ਜਾ ਕੇ ਇੰਦਰ ਨੂੰ ਕਿਹਾ ਕਿ ਉਹ ਬਾਲਕ ਤਪ ਪੂਰਾ ਕਰੇਗਾ, ਕੋਈ ਪੇਸ਼ ਨਹੀਂ ਜਾਂਦੀ, ਖਿਮਾ ਕਰੋ। ਇਹ ਸੁਣ ਕੇ ਇੰਦਰ ਘਾਬਰ ਗਿਆ। ਉਹ ਆਸਣ ਛੱਡ ਕੇ ਵਿਸ਼ਨੂੰ ਭਗਵਾਨ ਦੇ ਵੱਲ ਚਲਾ ਗਿਆ ਤੇ ਵਿਸ਼ਨੂੰ ਭਗਵਾਨ ਅੱਗੇ ਉਸਨੂੰ ਬੇਨਤੀ ਕੀਤੀ ਵੀ ਮੈਂ ਆਪਣੇ ਰਾਜ ਨੂੰ ਬਚਾਉਣਾ ਹੈ, ਮੈਂ ਅਗਿਆਨੀ ਪੁਰਸ਼ ਹਾਂ। ਵਿਸ਼ਨੂੰ ਭਗਵਾਨ ਨੇ ਇੰਦਰ ਨੂੰ ਤਸੱਲੀ ਦਿੱਤੀ, ਕੋਈ ਫਿਕਰ ਨਾ ਕਰ, ਉਹ ਤੇਰਾ ਰਾਜ ਨਹੀਂ ਖੋਵੇਗਾ, ਉਹ ਆਪਣੇ ਬਾਪ ਦੇ ਰਾਜ ਦੇ ਬਦਲੇ ਤਪ ਕਰ ਰਿਹਾ ਹੈ। ਇੰਦਰ ਨੂੰ ਤਸੱਲੀ ਦੇ ਕੇ ਵਿਸ਼ਨੂੰ ਭਗਵਾਨ ਸਿੱਧੇ ਉਸ ਸਥਾਨ ਤੇ ਪਹੁੰਚੇ ਜਿੱਥੇ ਧਰੂ ਤਪੱਸਿਆ ਕਰ ਰਿਹਾ ਸੀ। ਬਾਲਕ ਭਗਤ ਦਾ ਦ੍ਰਿੜ ਵਿਸ਼ਵਾਸ ਦੇਖ ਕੇ ਵਿਸ਼ਨੂੰ ਭਗਵਾਨ ਨੂੰ ਤਰਸ ਆ ਗਿਆ। ਧਰੂ ਨੂੰ ਦਰਸ਼ਨ ਦੇਣ ਦੀ ਸਲਾਹ ਕਰ ਲਈ। ਜੋ ਸਰੂਪ ਧਾਰਨ ਕਰਕੇ ਵਿਸ਼ਨੂੰ ਜੀ ਨੂੰ ਧਰੂ ਨੇ ਧਿਆਨ 'ਚ ਰੱਖਿਆ ਸੀ, ਵੈਸਾ ਹੀ ਸਰੂਪ ਧਾਰਨ ਕਰਕੇ ਵਿਸ਼ਨੂੰ ਜੀ ਧਰੂ ਦੇ ਸਨਮੁਖ ਖਲੋ ਗਏ। ਆਪਣੀ ਸ਼ਕਤੀ ਨਾਲ ਧਰੂ ਦੀ ਸਮਾਧੀ ਤੋੜੀ। ਦੋ ਧਰੂ ਦੇ ਨੈਣ ਖੋਲੇ ਤਾਂ ਭਗਵਾਨ ਨੂੰ ਸਨਮੁਖ ਖਲੋਤਾ ਦੇਖ ਕੇ ਬਹੁਤ ਪ੍ਰਸੰਨ ਹੋਇਆ। ਚੰਗੇ ਚੰਗੇ ਸ਼ਬਦਾਂ ਨਾਲ ਉਹਨਾਂ ਦੀ ਉਸਤਤ ਕੀਤੀ। ਸ਼੍ਰੀ ਵਿਸ਼ਨੂੰ ਖੁਸ਼ ਹੋ ਗਏ। ਖੁਸ਼ੀ 'ਚ ਕਹਿਣ ਲੱਗੇ, ਬਾਲਕ, ਤੇਰੀ ਇੱਛਾ ਹੈ ਕਿ ਤੈਨੂੰ ਰਾਜ ਮਿਲੇ। ਘੋਰ ਤਪ ਕਰਕੇ ਤੂੰ ਮੈਨੂੰ ਮੋਹ ਲਿਆ। ਜਾਂ 36,000 ਸਾਲ ਤੂੰ ਰਾਜ ਕਰੇਗਾ। ਇਸ ਦੇ ਬਾਅਦ ਸਦੀਵੀ ਕਾਲ ਵਾਸਤੇ ਮੇਰੇ ਕੋਲ ਰਹੇਗਾ। ਇਹਨਾਂ ਬਚਨਾਂ ਦੀ ਸਮਾਪਤੀ ਉੱਤੇ ਸ਼੍ਰੀ ਵਿਸ਼ਨੂੰ ਜੀ ਅਲੋਪ ਹੋ ਗਏ। ਉਧਰ ਨਾਰਦ ਜੀ ਨੇ ਰਾਜੇ ਉਤਾਨਪਦ ਨੂੰ ਆਖਿਆ, ਰਾਜਨ, ਤੇਰੇ ਧਰੂ ਦਾ ਤਪ ਸੰਪੂਰਨ ਹੋ ਗਿਆ, ਉਸ ਨੂੰ ਬਨ ਦੇ ਵਿੱਚੋਂ ਲੈ ਆ। ਰਾਜਾ ਬਹੁਤ ਖੁਸ਼ ਹੋਇਆ। ਅਨੇਕਾਂ ਪ੍ਰਕਾਰ ਦੀਆਂ ਖੁਸ਼ੀਆਂ ਕਰਦਾ ਹੋਇਆ ਰੱਥ ਘੜ ਕੇ ਪੁੱਤਰ ਧਰੂ ਨੂੰ ਅੱਗੋਂ ਲੈਣ ਵਾਸਤੇ ਗਿਆ। ਰੱਥ ਵਿੱਚ ਬੈਠ ਕੇ ਜਦੋਂ ਧਰੂ ਸ਼ਹਿਰ 'ਚ ਆਇਆ ਤਾਂ ਪਰਜਾ ਨੇ ਇਸ ਨੀਤੀ ਨੂੰ ਵਧਾਈਆਂ ਦਿੱਤੀਆਂ। ਉਤਾਨਪਦ ਨੇ ਰਾਜ ਛੱਡ ਦਿੱਤਾ। ਧਰੂ ਰਾਜ ਤਖਤ ਉੱਤੇ ਬੈਠ ਕੇ ਰਾਜ ਕਰਨ ਲੱਗਾ। 36,000 ਬਰਸ ਰਾਜ ਕਰਕੇ ਪਰਲੋਕ ਗਿਆ, ਜਿੱਥੇ ਹੁਣ ਤੱਕ ਭਗਵਾਨ ਦੇ ਕੋਲ ਰਹਿੰਦਾ ਹੈ। ਲੋਕ ਉਸ ਨੂੰ ਧਰੂ ਤਾਰੇ ਦੇ ਨਾਮ ਦੇ ਨਾਲ ਯਾਦ ਕਰਦੇ ਨੇ। ਸੋ ਜਿਗਿਆਸੂ ਜਨੋ, ਜੋ ਭਗਵਾਨ ਦਾ ਸਿਮਰਨ ਕਰਦਾ ਹੈ ਉਸ ਦੀਆਂ ਸਭ ਇੱਛਾਵਾਂ ਪੂਰੀਆਂ ਹੁੰਦੀਆਂ ਨੇ ਤੇ ਉਹ 84 ਦੇ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਆਉਂਦਾ। ਸਤਨਾਮ ਸ਼੍ਰੀ ਵਾਹਿਗੁਰੂ।